ਇੱਥੋਂ ਪੜ੍ਹੇ ਹੋਏ ਵਿਦਿਆਰਥੀ ਜਿਹੜੇ ਇਸ ਸਮੇਂ USA ਕੈਨੇਡਾ ਦੇ ਵਿੱਚ ਸੈਟਲ ਹਨ। ਕਾਫੀ ਵਿਦਿਆਰਥੀ ਤਾਂ ਇੱਦਾਂ ਦੇ ਨੇ ਜੋ ਇਸ ਸਮੇਂ 5 ਕਰੋੜ ਪਰ ਈਅਰ ਲੈ ਰਹੇ ਹਨ। ਬਾਬਾ ਬੰਦਾ ਸਿੰਘ ਇੰਜੀਨੀਅਰਿੰਗ ਕਾਲਜ ਦੇ ਵਿੱਚ ਹੁਣ ਸਾਡੇ ਕੋਲ ਗ੍ਰੈਜੂਏਟ ਅਤੇ ਪੋਸਟ ਗ੍ਰੈਜੂਏਟ ਲੈਵਲ ਦੇ ਅਲੱਗ-ਅਲੱਗ ਕੋਰਸ ਚੱਲ ਰਹੇ ਹਨ। ਬਾਬਾ ਬੰਦਾ ਸਿੰਘ ਇੰਜੀਨੀਅਰਿੰਗ ਕਾਲਜ ਦੀਆਂ ਲੈਬਸ ਇੰਡੀਆ ਦੇ ਵਿੱਚ ਅਸੀਂ ਇਹ ਕਹਿ ਸਕਦੇ ਹਾਂ ਕਿ ਬਿਹਤਰੀਨ ਹਨ। ਸਾਡੇ ਕਾਲਜ ਦੇ ਵਿੱਚ ਇੰਟਰਨੈਸ਼ਨਲ ਸਟੈਂਡਰਡ ਦਾ ਇਨਡੋਰ ਸਵਿਮਿੰਗ ਪੂਲ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵੱਖ-ਵੱਖ ਵਿਦਿਅਕ ਸੰਸਥਾਵਾਂ ਖੋਲ੍ਹੀਆਂ ਗਈਆਂ ਨੇ। ਜੇ ਅਸੀਂ ਟੈਕਨੀਕਲ ਸਿੱਖਿਆ ਦੀ ਗੱਲ ਕਰੀਏ ਤਾਂ ਬਾਬਾ ਬੰਦਾ ਸਿੰਘ ਬਹਾਦਰ ਇੰਜੀਨੀਅਰਿੰਗ ਕਾਲਜ ਫਤਿਹਗੜ੍ਹ ਸਾਹਿਬ ਆਪਣੀ ਮਿਸਾਲ ਆਪ ਹੈ। ਇਸ ਕਾਲਜ ਦੀਆਂ ਵਿਸ਼ੇਸ਼ਤਾਵਾਂ ਬਾਰੇ ਹੋਰ ਜਾਣਕਾਰੀ ਦੇਣਗੇ ਸਾਡੇ ਨਾਲ ਮੌਜੂਦ ਨੇ ਡਾਕਟਰ ਲਖਵੀਰ ਸਿੰਘ ਪ੍ਰਿੰਸੀਪਲ। ਉਹਨਾਂ ਦੇ ਨਾਲ ਪਹਿਲਾਂ ਫਤਿਹ ਦੀ ਸਾਂਝ ਪਾਉਂਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਸਰ, ਜੇ ਮੈਂ ਸਭ ਤੋਂ ਪਹਿਲਾਂ ਤੁਹਾਨੂੰ ਪੁੱਛਾਂ ਕਿ ਇਸ ਕਾਲਜ ਦੀ ਸ਼ੁਰੂਆਤ ਕਦੋਂ ਹੋਈ? ਬਾਬਾ ਬੰਦਾ ਸਿੰਘ ਇੰਜੀਨੀਅਰਿੰਗ ਕਾਲਜ ਦਾ ਨੀਂਹ ਪੱਥਰ ਡਾਕਟਰ ਇੰਦਰਜੀਤ ਸਿੰਘ ਨੇ 19 ਸਤੰਬਰ 1992 ਦੇ ਵਿੱਚ ਆਪਣੇ ਕਰ ਕਮਲਾਂ ਨਾਲ ਰੱਖਿਆ। ਅਤੇ ਇਸ ਕਾਲਜ ਦੀ ਸੋਚਣੀ ਪੰਥ ਰਤਨ ਜਥੇਦਾਰ ਗੁਰਚਰਨ ਸਿੰਘ ਜੀ ਟੌੜਾ ਦੀ ਸੋਚਣੀ ਸੀ। ਉਸ ਸਮੇਂ 'ਤੇ ਪੰਜਾਬ ਦੇ ਵਿਦਿਆਰਥੀ ਦੂਸਰੇ ਪ੍ਰਦੇਸ਼ਾਂ ਦੇ ਵਿੱਚ ਤਕਨੀਕੀ ਸਿੱਖਿਆ ਪ੍ਰਾਪਤ ਕਰਨ ਲਈ ਜਾਂਦੇ ਸਨ। ਇਸ ਲਈ ਕਿ ਅਸੀਂ ਪੰਜਾਬ ਦੇ ਵਿਦਿਆਰਥੀਆਂ ਲਈ ਇੱਕ ਤਕਨੀਕੀ ਸਿੱਖਿਆ ਦਾ ਪ੍ਰਬੰਧ ਕਰੀਏ ਅਤੇ ਇਸ ਕਾਲਜ ਦੀ ਸ਼ੁਰੂਆਤ ਕੀਤੀ ਗਈ। ਸ਼ੁਰੂਆਤ ਦੇ ਸਮੇਂ ਦੌਰਾਨ ਇਸ ਕਾਲਜ ਦੇ ਵਿੱਚ 3 ਕੋਰਸ ਸ਼ੁਰੂ ਕੀਤੇ ਗਏ: ਕੰਪਿਊਟਰ ਸਾਇੰਸ ਐਂਡ ਇੰਜੀਨੀਅਰਿੰਗ, ਮਕੈਨੀਕਲ ਇੰਜੀਨੀਅਰਿੰਗ ਐਂਡ ਇਲੈਕਟ੍ਰੋਨਿਕਸ ਐਂਡ ਕਮਿਊਨੀਕੇਸ਼ਨ ਇੰਜੀਨੀਅਰਿੰਗ। ਜੀ ਹੁਣ ਦੀ ਗੱਲ ਕਰੀਏ, ਸ਼ੁਰੂਆਤ ਦੇ ਕੋਰਸ ਤਾਂ ਤੁਸੀਂ ਦੱਸ ਹੀ ਦਿੱਤੇ, ਤਾਂ ਹੁਣ ਕਿਹੜੇ ਕੋਰਸ ਚੱਲ ਰਹੇ ਨੇ? ਬਾਬਾ ਬੰਦਾ ਸਿੰਘ ਇੰਜੀਨੀਅਰਿੰਗ ਕਾਲਜ ਦੇ ਵਿੱਚ ਹੁਣ ਸਾਡੇ ਕੋਲ ਗ੍ਰੈਜੂਏਟ ਅਤੇ ਪੋਸਟ ਗ੍ਰੈਜੂਏਟ ਲੈਵਲ ਦੇ ਅਲੱਗ-ਅਲੱਗ ਕੋਰਸ ਚੱਲ ਰਹੇ ਹਨ, ਜਿਸ ਦੇ ਵਿੱਚ ਤਕਰੀਬਨ ਹਰ ਸਾਲ 1000 ਵਿਦਿਆਰਥੀ ਦਾਖਲਾ ਲੈਂਦੇ ਹਨ। ਜੇ ਇਹਨਾਂ ਦੀ ਡਿਟੇਲ ਬਾਰੇ ਮੈਂ ਦੱਸਾਂ, ਸਾਡੇ ਕੋਲ ਕੰਪਿਊਟਰ ਸਾਇੰਸ ਐਂਡ ਇੰਜੀਨੀਅਰਿੰਗ ਦੇ ਵਿੱਚ 180 ਵਿਦਿਆਰਥੀ ਹਰ ਸਾਲ ਦਾਖਲਾ ਲੈਂਦੇ ਹਨ ਅਤੇ ਇਸੇ ਤਰ੍ਹਾਂ ਮਕੈਨੀਕਲ ਇੰਜੀਨੀਅਰਿੰਗ ਬ੍ਰਾਂਚ ਦੇ ਵਿੱਚ 150 ਵਿਦਿਆਰਥੀ ਦਾਖਲਾ ਲੈਂਦੇ ਹਨ। ਇਲੈਕਟ੍ਰੋਨਿਕਸ ਐਂਡ ਕਮਿਊਨੀਕੇਸ਼ਨ ਇੰਜੀਨੀਅਰਿੰਗ ਦੇ ਵਿੱਚ 60 ਵਿਦਿਆਰਥੀ ਵਿੱਦਿਆ ਪ੍ਰਾਪਤ ਕਰਦੇ ਹਨ। ਇਲੈਕਟ੍ਰੀਕਲ ਇੰਜੀਨੀਅਰਿੰਗ ਦੇ ਵਿੱਚ 60 ਵਿਦਿਆਰਥੀ ਵਿੱਦਿਆ ਪ੍ਰਾਪਤ ਕਰਦੇ ਹਨ। ਇਸੇ ਤਰ੍ਹਾਂ ਅਸੀਂ ਜਿੱਦਾਂ ਅੱਜ ਦੀ ਜ਼ਰੂਰਤ ਹੈ ਸਾਡੀ ਬਿਲਡਿੰਗਸ, ਬ੍ਰਿਜਸ, ਰੋਡ ਦੇ ਵਿੱਚ ਅਸੀਂ ਸਿਵਲ ਇੰਜੀਨੀਅਰਿੰਗ ਦਾ ਕੋਰਸ ਵੀ ਕਰਵਾਉਂਦੇ ਹਾਂ, ਜਿਸ ਦੇ ਵਿੱਚ ਵੀ 60 ਵਿਦਿਆਰਥੀ ਦਾਖਲਾ ਲੈਂਦੇ ਹਨ। ਇਸੇ ਤਰ੍ਹਾਂ ਜਿੱਦਾਂ ਅੱਜ ਖੇਤੀ ਇੱਕ ਘਾਟੇ ਦਾ ਸੌਦਾ ਸਿੱਧ ਹੋ ਰਹੀ ਹੈ, ਉਸ ਦੇ ਵਿੱਚ ਤਕਨੀਕੀ ਸਿੱਖਿਆ ਦੇਣ ਲਈ ਸਾਡੇ ਕੋਲ ਐਗਰੀਕਲਚਰ ਇੰਜੀਨੀਅਰਿੰਗ ਦਾ ਪ੍ਰਬੰਧ ਵੀ ਹੈ, ਜਿਸ ਦੇ ਵਿੱਚ 30 ਵਿਦਿਆਰਥੀ ਹਰ ਸਾਲ ਦਾਖਲਾ ਲੈਂਦੇ ਹਨ। ਸਾਡਾ ਪੰਜਾਬ ਦਾ ਇੱਕੋ ਇੱਕ ਇੰਜੀਨੀਅਰਿੰਗ ਕਾਲਜ ਹੈ ਜਿਸ ਦੇ ਵਿੱਚ ਐਗਰੀਕਲਚਰ ਇੰਜੀਨੀਅਰਿੰਗ ਦੀ ਪੜ੍ਹਾਈ ਕਰਵਾਈ ਜਾਂਦੀ ਹੈ। ਇਸੇ ਤਰ੍ਹਾਂ ਸਾਡੇ ਕੋਲ ਬੀ ਵੋਕੇਸ਼ਨਲ ਦੇ ਕੋਰਸਿਸ ਵੀ ਚੱਲ ਰਹੇ ਹਨ। ਬੀ ਵੋਕੇਸ਼ਨਲ ਦੇ ਵਿੱਚ ਅਸੀਂ ਆਟੋਮੋਬਾਈਲ ਇੰਜੀਨੀਅਰਿੰਗ, ਸੌਫਟਵੇਅਰ ਐਂਡ ਡਿਵੈਲਪਮੈਂਟ, ਕੰਸਟਰਕਸ਼ਨ ਟੈਕਨੋਲੋਜੀ, ਇਲੈਕਟ੍ਰੋਨਿਕਸ ਐਂਡ ਕਮਿਊਨੀਕੇਸ਼ਨ, ਇਹਦੇ ਬਾਰੇ ਬੀ ਵੋਕੇਸ਼ਨਲ ਦੇ ਕੋਰਸ ਕਰਵਾਉਂਦੇ ਹਾਂ। ਬੀ ਵੋਕੇਸ਼ਨਲ ਦੇ ਕੋਰਸ ਦਾ ਇੱਕ ਵਿਦਿਆਰਥੀਆਂ ਨੂੰ ਬੈਨੀਫਿਟ ਇਹ ਹੈ, ਜਿੱਦਾਂ ਸਾਡੇ ਪੰਜਾਬ ਦੇ ਵਿੱਚ ਅੱਜ ਕੱਲ੍ਹ ਰੁਝਾਨ ਹੈ ਵਿਦਿਆਰਥੀਆਂ ਦਾ ਕਿ ਉਹ ਅਬਰੋਡ ਦੇ ਵਿੱਚ ਪੜ੍ਹਨ ਲਈ ਜਾਂਦੇ ਹਨ, ਕੈਨੇਡਾ, USA ਅਤੇ ਹੋਰ ਦੇਸ਼ਾਂ ਦੇ ਵਿੱਚ। ਕਾਫੀ ਵਾਰ ਵਿਦਿਆਰਥੀਆਂ ਨੂੰ ਇਹ ਸਮੱਸਿਆ ਆਉਂਦੀ ਹੈ ਕਿ ਉਹਨਾਂ ਨੂੰ ਵੀਜ਼ਾ ਲੱਗਣ ਦੇ ਵਿੱਚ ਦੇਰੀ ਹੋ ਜਾਂਦੀ ਹੈ ਅਤੇ 1 ਸਾਲ ਦਾ ਗੈਪ ਹੋ ਜਾਂਦਾ ਹੈ, ਜਿਸ ਦੇ ਬਾਰੇ ਵਿਦਿਆਰਥੀਆਂ ਨੂੰ ਬੜੀ ਮੁਸ਼ਕਿਲ ਨਾਲ ਆਪਣੀ ਇਮੀਗ੍ਰੇਸ਼ਨ ਦੇ ਵਿੱਚ ਪ੍ਰੂਵ ਕਰਨਾ ਪੈਂਦਾ ਹੈ ਕਿ ਉਹ ਸਮੇਂ ਦੌਰਾਨ ਕੀ ਕਰਦੇ ਰਹੇ। ਬੀ ਵੋਕੇਸ਼ਨਲ ਦੇ ਵਿੱਚ ਜੇ ਵਿਦਿਆਰਥੀ ਸਾਡੇ ਕੋਲ ਦਾਖਲਾ ਲੈਣ ਤਾਂ ਉਹ 1 ਸਾਲ ਦੇ ਬਾਅਦ ਅਗਰ ਇਹ ਕੋਰਸ ਛੱਡਣਾ ਚਾਹੁੰਦੇ ਹਾਂ ਤਾਂ ਉਹਨਾਂ ਨੂੰ ਅਸੀਂ ਸਰਟੀਫਿਕੇਟ ਕੋਰਸ ਪ੍ਰੋਵਾਈਡ ਕਰ ਦਿੰਦੇ ਹਾਂ। ਜੇ ਵਿਦਿਆਰਥੀ ਉਸ ਬੀ ਵੋਕੇਸ਼ਨਲ ਕੋਰਸ ਦੇ ਵਿੱਚ 2 ਸਾਲ ਲਈ ਪੜ੍ਹਨਾ ਚਾਹੁਣ ਤਾਂ ਅਸੀਂ ਉਹਨਾਂ ਨੂੰ ਪੋਸਟ ਗ੍ਰੈਜੂਏਟ ਡਿਪਲੋਮੇ ਦੀ ਡਿਗਰੀ ਦਿੰਦੇ ਹਾਂ ਅਤੇ ਜੇ ਵਿਦਿਆਰਥੀ 3 ਸਾਲ ਦਾ ਕੋਰਸ ਪੂਰਾ ਕਰ ਲੈਂਦੇ ਹਨ ਤਾਂ ਅਸੀਂ ਉਹਨੂੰ ਕੰਪਲੀਟ ਟੈਕ ਦੀ ਡਿਗਰੀ ਦੇ ਦਿੰਦੇ ਹਾਂ, ਬੀ ਵੋਕੇਸ਼ਨਲ ਦੀ ਡਿਗਰੀ। ਇਸੇ ਤਰ੍ਹਾਂ ਅਸੀਂ ਗ੍ਰੈਜੂਏਟ ਪ੍ਰੋਗਰਾਮ ਦੇ ਵਿੱਚ BBA, BCA ਦੀ ਪੜ੍ਹਾਈ ਵੀ ਕਰਵਾ ਰਹੇ ਹਾਂ ਅਤੇ ਇਸ ਤੋਂ ਬਿਨਾਂ ਗ੍ਰੈਜੂਏਸ਼ਨ ਤੋਂ ਉੱਪਰ ਜਿਹੜੀ ਪੋਸਟ ਗ੍ਰੈਜੂਏਸ਼ਨ ਉੱਚ ਸਿੱਖਿਆ ਦੀ ਕਾਫੀ ਮਹੱਤਤਾ ਹੈ। ਉਹਦੇ ਵਿੱਚ ਅਸੀਂ ਇੰਜੀਨੀਅਰਿੰਗ ਦੇ ਵਿੱਚ MTech ਪ੍ਰੋਗਰਾਮ ਕਰਵਾ ਰਹੇ ਹਾਂ, ਜਿਸ ਦੇ ਵਿੱਚ ਮਕੈਨੀਕਲ ਇੰਜੀਨੀਅਰਿੰਗ, ਇਲੈਕਟ੍ਰੋਨਿਕਸ ਐਂਡ ਕਮਿਊਨੀਕੇਸ਼ਨ ਇੰਜੀਨੀਅਰਿੰਗ, ਕੰਪਿਊਟਰ ਸਾਇੰਸ ਐਂਡ ਇੰਜੀਨੀਅਰਿੰਗ ਐਂਡ ਪਾਵਰ ਸਿਸਟਮ ਦੀ MTech ਕਰਵਾ ਰਹੇ ਹਾਂ। ਇਸ ਤੋਂ ਬਿਨਾਂ
ਅੱਜ ਦੀ ਇੰਡਸਟਰੀ ਦੇ ਵਿੱਚ ਟੈਕਨੀਕਲ ਸਿੱਖਿਆ ਦੇ ਨਾਲ ਮੈਨੇਜਮੈਂਟ ਦਾ ਵੀ ਬਹੁਤ ਜ਼ਿਆਦਾ ਜ਼ਰੂਰਤ ਹੈ। ਉਹਦੇ ਲਈ ਅਸੀਂ ਮਾਸਟਰ ਇਨ ਬਿਜ਼ਨਸ ਐਡਮਿਨਿਸਟ੍ਰੇਸ਼ਨ ਕਰਵਾ ਰਹੇ ਹਾਂ, ਜਿਸ ਨੂੰ 3 ਸ਼ਬਦਾਂ ਦੇ ਵਿੱਚ MBA ਵੀ ਕਿਹਾ ਜਾਂਦਾ ਹੈ। ਡਾਕਟਰ ਸਾਹਿਬ, ਇਸ ਦੇ ਨਾਲ ਹੀ ਹੁਣ ਜਿਵੇਂ ਤਕਨੀਕੀ ਸਿੱਖਿਆ ਦੀ ਜੇ ਗੱਲ ਕਰ ਰਹੀ ਹੈ ਤਾਂ ਲੈਬਸ ਦੀ ਗੱਲ ਤਾਂ ਹੋਣੀ ਚਾਹੀਦੀ ਹੈ, ਅਤੇ ਲੈਬ ਬਾਰੇ ਵੀ ਕੁਝ ਦੱਸੋ ਜੋ ਲੈਬਸ ਨੇ ਅਵੇਲੇਬਲ ਨੇ ਕਾਲਜ ਦੇ ਵਿੱਚ। ਹਾਂਜੀ, ਜੇ ਮੈਂ ਬਾਬਾ ਬੰਦਾ ਸਿੰਘ ਇੰਜੀਨੀਅਰਿੰਗ ਕਾਲਜ ਦੀਆਂ ਲੈਬਸ ਬਾਰੇ ਗੱਲ ਕਰਾਂ ਤਾਂ ਬਾਬਾ ਬੰਦਾ ਸਿੰਘ ਇੰਜੀਨੀਅਰਿੰਗ ਕਾਲਜ ਦੀਆਂ ਲੈਬਸ ਇੰਡੀਆ ਦੇ ਵਿੱਚ ਅਸੀਂ ਇਹ ਕਹਿ ਸਕਦੇ ਹਾਂ ਕਿ ਬਿਹਤਰੀਨ ਹਨ, ਅਤੇ ਅਸੀਂ ਇਹਨਾਂ ਨੂੰ ਇਹ ਵੀ ਕਹਿ ਸਕਦੇ ਹਾਂ ਕਿ ਇੰਟਰਨੈਸ਼ਨਲ ਸਟੈਂਡਰਡ ਦੀਆਂ ਲੈਬਸ ਹਨ। ਜਿੱਦਾਂ ਮੈਂ ਮਕੈਨੀਕਲ ਇੰਜੀਨੀਅਰਿੰਗ ਡਿਪਾਰਟਮੈਂਟ ਦੀ ਗੱਲ ਕਰਾਂ, ਇਸ ਦੇ ਵਿੱਚ ਸਾਡੇ ਕੋਲ ਫੈਸਟੋ UK ਇੰਪੋਰਟਡ ਇਕਵਿਪਮੈਂਟ ਹਨ, ਅਤੇ ਮੋਸਟਲੀ ਮਕੈਨੀਕਲ ਦੇ ਇਕਵਿਪਮੈਂਟਸ ਨੇ ਜਿਹੜੇ ਕਾਲਜ ਦੇ ਵਿੱਚ ਕੰਪਿਊਟਰ ਨਾਲ ਇੰਟੈਗਰੇਟਡ ਨਹੀਂ ਹੁੰਦੇ। ਸਾਡੇ ਇਸ ਦੇ ਕਾਲਜ ਦੇ ਵਿੱਚ ਕੰਪਿਊਟਰ ਨਾਲ ਇੰਟੈਗਰੇਟਡ ਹਨ। ਹੁਣ ਜੇ ਮੈਂ ਇੱਥੇ ਸਾਡੇ ਕੋਲ ਇਲੈਕਟ੍ਰੀਕਲ ਇੰਜੀਨੀਅਰਿੰਗ ਡਿਪਾਰਟਮੈਂਟ ਦੀ ਗੱਲ ਕਰਾਂ, ਉਸ ਦੇ ਵਿੱਚ ਵੀ ਸਟੇਟ ਆਫ ਦਾ ਆਰਟ ਇਕਵਿਪਮੈਂਟ ਹੈ, ਜਿਸ ਦੇ ਵਿੱਚ ਬੱਚੇ ਪ੍ਰੈਕਟੀਕਲ ਦੇ ਨਾਲ ਸਿਮੂਲੇਸ਼ਨ ਪ੍ਰੋਗਰਾਮ ਵੀ ਕਰ ਸਕਦੇ ਹਨ। ਇੱਦਾਂ ਹੀ ਸਾਡੇ ਇਲੈਕਟ੍ਰੋਨਿਕਸ ਐਂਡ ਕਮਿਊਨੀਕੇਸ਼ਨ ਇੰਜੀਨੀਅਰਿੰਗ ਦੇ ਵਿੱਚ ਬਹੁਤ ਬਿਹਤਰੀਨ ਲੈਬਸ ਹਨ। ਜਿੱਦਾਂ ਅੱਜ ਕੱਲ੍ਹ ਕਮਿਊਨੀਕੇਸ਼ਨ ਦਾ ਜ਼ਮਾਨਾ ਹੈ, ਸਾਡੇ ਕੋਲ ਮੋਬਾਈਲ ਕਮਿਊਨੀਕੇਸ਼ਨ ਆ, ਸਾਡੇ ਕੋਲ ਇਲੈਕਟ੍ਰੋਨਿਕਸ ਦੇ ਵਿੱਚ ਕਾਫੀ ਪ੍ਰੋਫੈਸਰ ਸਾਹਿਬਾਨ ਮੋਬਾਈਲ ਕਮਿਊਨੀਕੇਸ਼ਨ ਐਂਡ ਅਦਰ ਕਮਿਊਨੀਕੇਸ਼ਨ ਸਿਸਟਮ ਦੇ ਵਿੱਚ PhD ਕਰ ਚੁੱਕੇ ਹਨ ਅਤੇ ਕਰ ਰਹੇ ਹਨ। ਇੱਦਾਂ ਹੀ ਹੁਣ ਜੇ ਅਸੀਂ ਕੰਪਿਊਟਰ ਸਾਇੰਸ ਐਂਡ ਇੰਜੀਨੀਅਰਿੰਗ ਦੀ ਗੱਲ ਕਰੀਏ, ਸਾਡੇ ਕੋਲ ਕੰਪਿਊਟਰ ਸਾਇੰਸ ਐਂਡ ਇੰਜੀਨੀਅਰਿੰਗ ਦੇ ਵਿੱਚ ਲੇਟੈਸਟ ਕੰਪਿਊਟਰਸ, ਲੇਟੈਸਟ ਸੌਫਟਵੇਅਰਸ, ਅਤੇ ਉਹਨਾਂ ਦੇ ਟੀਚਰ ਵੀ ਅੱਜ ਦੇ ਯੁੱਗ ਦੇ ਕੰਪਿਊਟਰ ਦੇ PhD ਹਨ। ਇੱਦਾਂ ਹੀ ਅਸੀਂ ਜਿੱਦਾਂ ਹੁਣ ਸਿਵਲ ਦੀ ਗੱਲ ਕਰੀਏ, ਸਿਵਲ ਦੇ ਵਿੱਚ ਸਾਡੇ ਕੋਲ ਬਿਹਤਰੀਨ ਇਕਵਿਪਮੈਂਟ ਹੈ, ਜਿਸ ਦੇ ਵਿੱਚ ਉਹ ਕਾਫੀ ਕੁਝ ਡਿਜ਼ਾਈਨ ਕਰਕੇ ਆਊਟਸਾਈਡ ਹੈਲਪ ਵੀ ਕਰ ਰਹੇ ਹਨ। ਹੁਣ ਅਸੀਂ ਐਗਰੀਕਲਚਰ ਦੀ ਗੱਲ ਕਰੀਏ, ਐਗਰੀਕਲਚਰ ਦੇ ਬੱਚਿਆਂ ਲਈ ਸਾਡੇ ਕੋਲ ਬਿਹਤਰੀਨ ਇਕਵਿਪਮੈਂਟ ਹਨ। ਜਿਸ ਤਰ੍ਹਾਂ ਪੰਜਾਬ ਦੇ ਵਿੱਚ ਸਟਰਾ ਮੈਨੇਜਮੈਂਟ ਦੀ ਪ੍ਰੋਬਲਮ ਆ ਰਹੀ ਹੈ, ਅਤੇ ਉਸ ਦੇ ਅੰਦਰ ਸਾਡੇ ਕੋਲ ਬੱਚਿਆਂ ਨੂੰ ਸੁਪਰ ਸੀਡਰ ਬਾਰੇ ਜਾਣਕਾਰੀ ਦਿੱਤੀ ਜਾ ਰਹੀ ਹੈ। ਇਸੇ ਤਰ੍ਹਾਂ ਹੋਰ ਜੋ ਅਸੀਂ ਸਟਰਾ ਮੈਨੇਜਮੈਂਟ ਲਈ ਇਕਵਿਪਮੈਂਟ ਯੂਜ਼ ਕਰਦੇ ਹਾਂ, ਉਹਦੇ ਬਾਰੇ ਵੀ ਜਾਣਕਾਰੀ ਦਿੰਦੇ ਹਾਂ। ਉੱਥੇ ਬੱਚੇ ਉਹਦੇ ਵਿੱਚ ਮੋਡੀਫਿਕੇਸ਼ਨ ਬਾਰੇ ਵੀ ਸੁਜੈਸ਼ਨ ਦਿੰਦੇ ਹਨ। ਜੋ ਸੁਜੈਸ਼ਨ ਦਿੰਦੇ ਹਨ, ਉਹ ਅਸੀਂ ਜਿਹੜੇ ਮੈਨੂਫੈਕਚਰਰ ਨੇ ਉਹਨਾਂ ਨੂੰ ਟੀਚਰ ਦੀਆਂ ਰਿਕਮੈਂਡੇਸ਼ਨ ਨਾਲ ਭੇਜ ਦਿੰਦੇ ਹਾਂ। ਡਾਕਟਰ ਸਾਹਿਬ, ਹੁਣ ਜੇ ਅਸੀਂ ਐਕ੍ਰੀਡੇਸ਼ਨਸ ਦੀ ਗੱਲ ਕਰੀਏ ਤਾਂ ਕੀ ਕਾਲਜ ਦੀਆਂ ਐਕ੍ਰੀਡੇਸ਼ਨਸ ਹੋਈਆਂ ਨੇ? ਬਾਬਾ ਬੰਦਾ ਸਿੰਘ ਬਹਾਦਰ ਇੰਜੀਨੀਅਰਿੰਗ ਕਾਲਜ ਵਿੱਚ ਜੋ ਕਾਲਜ ਵਿੱਦਿਆ ਦੇ ਰਿਹਾ, ਉਹ ਇੱਕ ਉੱਤਮ ਕੁਆਲਿਟੀ ਦੀ ਵਿੱਦਿਆ ਹੈ। ਇਸ ਬਾਰੇ ਅਸੀਂ ਬਹੁਤ ਯਕੀਨੀ ਤੌਰ 'ਤੇ ਕਹਿ ਰਹੇ ਹਾਂ। ਸਭ ਤੋਂ ਪਹਿਲਾਂ ਬਾਬਾ ਬੰਦਾ ਸਿੰਘ ਇੰਜੀਨੀਅਰਿੰਗ ਕਾਲਜ ਨੂੰ ਪੰਜਾਬ ਦੇ ਵਿੱਚ ਫਸਟ ਟਾਈਮ 2004 ਦੇ ਵਿੱਚ ਨੈਸ਼ਨਲ ਬੋਰਡ ਆਫ ਐਕ੍ਰੀਡੇਸ਼ਨ NBA ਤੋਂ ਐਕ੍ਰੀਡੇਸ਼ਨ ਪ੍ਰਾਪਤ ਹੋਈ ਸੀ। ਇਹ ਐਕ੍ਰੀਡੇਸ਼ਨ ਪ੍ਰਾਪਤ ਕਰਨੀ ਬਹੁਤ ਸੌਖਾ ਕੰਮ ਨਹੀਂ ਹੈ। ਇਸ ਦੇ ਲਈ ਪਹਿਲਾਂ ਇੱਕ ਪ੍ਰੋਪਰ ਐਪਲੀਕੇਸ਼ਨ ਭਰ ਕੇ ਬੋਰਡ ਨੂੰ ਭੇਜੀ ਜਾਂਦੀ ਹੈ। ਉਸ ਤੋਂ ਬਾਅਦ ਉਹ ਤਕਰੀਬਨ ਇੱਕ ਚੇਅਰਮੈਨ ਅਤੇ 2 ਹਰੇਕ ਡਿਪਾਰਟਮੈਂਟ ਦੇ ਪ੍ਰੋਫੈਸਰ ਸਾਹਿਬਾਨ, ਜੋ ਕਿ ਇੰਡੀਆ ਦੇ ਅਲੱਗ-ਅਲੱਗ ਖਿੱਤਿਆਂ ਤੋਂ ਆਉਂਦੇ ਹਨ, ਜਿਨ੍ਹਾਂ ਬਾਰੇ ਕਾਲਜ ਨੂੰ ਕੋਈ ਬਿਲਕੁਲ ਜਾਣਕਾਰੀ ਨਹੀਂ ਹੁੰਦੀ, ਅਤੇ ਉਹ ਉੱਚ ਸੰਸਥਾਨਾਂ ਦੇ ਵਿੱਚ ਕੰਮ ਕਰ ਰਹੇ ਹੁੰਦੇ ਹਨ। ਜਿੱਦਾਂ ਆਪਾਂ ਭਾਰਤ ਦੇ ਵਿੱਚ ਸਭ ਤੋਂ ਉੱਚ ਸੰਸਥਾਨ ਬਾਰੇ ਦੇਖੀਏ ਤਾਂ IIT, NIT, ਉਹਨਾਂ ਕਾਲਜਾਂ 'ਚੋਂ ਆ ਕੇ ਉਹ ਕਾਲਜ ਦੇ ਵਿੱਚ 3 ਦਿਨ ਰਹਿ ਕੇ ਕਾਲਜ ਦੀਆਂ ਜੋ ਲੈਬੋਰਟਰੀਜ਼ ਨੇ ਉਹਨਾਂ ਬਾਰੇ ਜਾਣਕਾਰੀ ਪ੍ਰਾਪਤ ਕਰਦੇ ਹਨ ਅਤੇ ਕੀ ਇਨਫਰਾਸਟਰਕਚਰ ਹੈ। ਉਸ ਤੋਂ ਬਿਨਾਂ ਅਸੀਂ ਵਿਦਿਆਰਥੀਆਂ ਨੂੰ ਵਿੱਦਿਆ ਕਿਸ ਤਰੀਕੇ ਨਾਲ ਥਿਊਰੀ ਅਤੇ ਪ੍ਰੈਕਟੀਕਲ ਬਾਰੇ ਪੜ੍ਹਾਉਂਦੇ ਹਾਂ, ਅਤੇ ਉਹ ਬੱਚਿਆਂ ਦੀ ਰਿਜ਼ਲਟਸ ਬਾਰੇ ਵੀ ਦੇਖਦੇ ਹਨ, ਸਟਾਫ ਦੀ ਕੁਆਲੀਫਿਕੇਸ਼ਨ ਵੀ ਦੇਖਦੇ ਹਨ, ਅਤੇ ਉਹ ਵਿਦਿਆਰਥੀਆਂ ਨਾਲ ਮੀਟਿੰਗਸ ਵੀ ਕਰਦੇ ਹਨ। ਇਹ ਸਾਰਾ ਕੁਝ ਕਰਨ ਤੋਂ ਬਾਅਦ ਉਹ ਫਿਰ ਨਿਚੋੜ ਕੱਢ ਕੇ ਅਤੇ ਐਕ੍ਰੀਡੇਸ਼ਨ ਪ੍ਰੋਵਾਈਡ ਕਰਦੇ ਹਨ। ਇਸ ਕਾਲਜ ਨੂੰ NBA 2004 ਦੇ ਵਿੱਚ, ਉਸ ਤੋਂ ਬਾਅਦ 2007 ਦੇ ਵਿੱਚ, 2017 ਦੇ ਵਿੱਚ, 2020 ਦੇ ਵਿੱਚ 4 ਵਾਰ NBA ਪ੍ਰਾਪਤ ਕਰ ਚੁੱਕੇ ਹਾਂ। ਪਿਛਲੇ 2 ਸਾਲ ਪਹਿਲਾਂ ਇਸ ਕਾਲਜ ਨੇ NAAC ਕੋਲ ਐਕ੍ਰੀਡੇਸ਼ਨ ਲਈ ਅਪਲਾਈ ਕੀਤਾ ਸੀ, ਜਿਸ ਦੀ ਟੀਮ ਨੇ ਮਾਰਚ ਦੇ ਵਿੱਚ ਕਾਲਜ ਨੂੰ ਵਿਜ਼ਿਟ ਕੀਤਾ, ਅਤੇ ਵਿਜ਼ਿਟ ਕਰਨ ਤੋਂ ਬਾਅਦ ਕਾਲਜ ਨੂੰ NAAC A ਗ੍ਰੇਡ ਦਿੱਤਾ ਗਿਆ ਹੈ। ਪੰਜਾਬ ਦੇ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਇੱਕੋ ਇੱਕ ਇੰਜੀਨੀਅਰਿੰਗ ਕਾਲਜ ਹੈ ਜਿਸ ਦੇ ਕੋਲ NAAC A ਗ੍ਰੇਡ ਪ੍ਰਾਪਤ ਹੈ। ਜੋ ਇਹ ਐਕ੍ਰੀਡੇਸ਼ਨ ਨੇ, ਇਹ ਬਾਬਾ ਬੰਦਾ ਸਿੰਘ ਬਹਾਦਰ ਇੰਜੀਨੀਅਰਿੰਗ ਕਾਲਜ ਦੀ ਉੱਚ ਕੁਆਲਿਟੀ ਦੀ ਵਿੱਦਿਆ, ਉੱਚ ਕੁਆਲਿਟੀ ਦਾ ਸਟਾਫ, ਉੱਚ ਕੁਆਲਿਟੀ ਦੀਆਂ ਲੈਬਸ ਅਤੇ ਬਹੁਤ ਚੰਗੇ ਵਿਦਿਆਰਥੀਆਂ ਦੀ ਘੋਖਣ ਤੋਂ ਬਾਅਦ ਮਿਲੀ ਹੈ। ਅਤੇ ਜੇ ਹੁਣ ਅਵਾਰਡਸ ਦੀ ਅਸੀਂ ਗੱਲ ਕਰੀਏ ਤਾਂ ਕਾਲਜ ਨੂੰ ਹੁਣ ਤੱਕ ਕਿਹੜੇ-ਕਿਹੜੇ ਅਵਾਰਡਸ ਮਿਲ ਚੁੱਕੇ ਨੇ?
ਬਾਬਾ ਬੰਦਾ ਸਿੰਘ ਬਹਾਦਰ ਇੰਜੀਨੀਅਰਿੰਗ ਕਾਲਜ ਦੇ ਸਟਾਫ ਅਤੇ ਵਿਦਿਆਰਥੀਆਂ ਨੇ ਪਿਛਲੇ ਸਮੇਂ ਵਿੱਚ ਕਾਫੀ ਅਵਾਰਡ ਪ੍ਰਾਪਤ ਕੀਤੇ ਹਨ। ਜੇ ਹੁਣ ਮੈਂ ਆਪਣੇ ਸਟਾਫ ਤੋਂ ਸ਼ੁਰੂ ਕਰਾਂ, ਸਾਡੇ ਸਟਾਫ ਨੇ ਇੰਡੀਅਨ ਸੁਸਾਇਟੀ ਫਾਰ ਟੈਕਨੀਕਲ ਐਜੂਕੇਸ਼ਨ ਵੱਲੋਂ ਬੈਸਟ ਟੀਚਰ ਦੇ ਅਵਾਰਡ ਪ੍ਰਾਪਤ ਕਰ ਚੁੱਕੇ ਹਨ। ਇਸੇ ਤਰ੍ਹਾਂ ਸਾਡੇ ਕਾਲਜ ਵਿੱਚ IST ਦਾ ਸਟੂਡੈਂਟ ਚੈਪਟਰ ਚੱਲ ਰਿਹਾ ਹੈ। ਸਾਡੇ ਸਟੂਡੈਂਟ ਚੈਪਟਰ ਨੂੰ 2005 ਦੇ ਵਿੱਚ ਤੇ ਉਸ ਤੋਂ ਬਾਅਦ ਵੀ ਬੈਸਟ ਚੈਪਟਰ ਦਾ ਅਵਾਰਡ ਮਿਲਿਆ ਹੈ। ਇਸੇ ਤਰ੍ਹਾਂ ਸਾਡੇ ਵਿਦਿਆਰਥੀ ਇੰਡੀਅਨ ਸੁਸਾਇਟੀ ਫਾਰ ਟੈਕਨੀਕਲ ਐਜੂਕੇਸ਼ਨ ਦੇ ਵਿੱਚ ਜਦੋਂ ਉਹਨਾਂ ਦਾ ਜੋ ਪ੍ਰੈਕਟੀਕਲ ਕਰਦੇ ਹੋਏ ਫਾਈਨਲ ਈਅਰ ਜਾਂ ਥਰਡ ਈਅਰ ਦੇ ਵਿੱਚ ਪ੍ਰੋਜੈਕਟ ਬਣਾਉਂਦੇ ਹਨ, ਉਹ ਪ੍ਰੋਜੈਕਟਾਂ ਬਾਰੇ ਉੱਥੇ ਭੇਜ ਦਿੰਦੇ ਹਨ ਆਪਣੀ ਡਿਟੇਲਡ ਰਿਪੋਰਟ। ਉਹਨਾਂ ਦੀ ਇੱਕ ਆਲ ਇੰਡੀਆ ਲੈਵਲ ਦੀ ਪ੍ਰੋਫੈਸਰ ਸਾਹਿਬਾਨ ਦੀ ਕਮੇਟੀ ਹੁੰਦੀ ਹੈ ਜੋ ਪ੍ਰੋਜੈਕਟ ਦੀ ਕੋਕ ਕਰਨ ਦੇ ਬਾਅਦ ਕਾਫੀ ਕੰਪੀਟੀਸ਼ਨ ਹੁੰਦਾ ਹੈ। ਉਹਦੇ ਵਿੱਚ ਵੀ ਸਾਡੇ ਵਿਦਿਆਰਥੀ ਹਰ ਸਾਲ ਕੋਈ ਨਾ ਕੋਈ ਅਵਾਰਡ ਪ੍ਰਾਪਤ ਕਰਦੇ ਹਨ। ਜੋ ਇਹਨਾਂ ਅਵਾਰਡਾਂ ਬਾਰੇ ਜਾਣਕਾਰੀ ਕਰੀਏ, ਸਾਡੇ ਬੈਕ ਸਾਈਡ 'ਤੇ ਉਹਨਾਂ ਦੀਆਂ ਮੋਮੈਂਟੋਜ਼ ਡਿਸਪਲੇ ਹਨ। ਇਸੇ ਤਰ੍ਹਾਂ ਸਾਡੇ ਕੋਲ ਸਰਟੀਫਿਕੇਟਸ ਵੀ ਹਨ ਉਹਨਾਂ ਦੇ। ਬਿਲਕੁਲ ਸਰ, ਜਿਵੇਂ ਤੁਸੀਂ ਦੱਸਿਆ ਕਿ ਬੱਚਿਆਂ ਨੂੰ ਕਾਫੀ ਅਵਾਰਡ ਵੀ ਮਿਲ ਚੁੱਕੇ ਨੇ ਅਤੇ ਇੱਥੋਂ ਵਿੱਦਿਆ ਪ੍ਰਾਪਤ ਕਰਕੇ ਹੁਣ ਤੱਕ ਬੱਚੇ ਕਿੱਥੇ ਕਿੱਥੇ ਕੰਮ ਕਰ ਰਹੇ ਨੇ ਜਿਹੜੇ ਇੱਥੋਂ ਦੀ ਅਲੂਮਨੀ ਹੈ? ਬਾਬਾ ਬੰਦਾ ਸਿੰਘ ਇੰਜੀਨੀਅਰਿੰਗ ਕਾਲਜ ਤੋਂ ਵਿੱਦਿਆ ਪ੍ਰਾਪਤ ਕਰਕੇ ਸਾਡੇ ਵਿਦਿਆਰਥੀ ਇੰਡੀਆ ਦੇ ਵੀ ਵੱਖ-ਵੱਖ ਸਥਾਨਾਂ 'ਤੇ ਕੰਮ ਕਰ ਰਹੇ ਹਨ ਅਤੇ ਦੁਨੀਆ ਦੇ ਦੂਸਰੇ ਦੇਸ਼ਾਂ ਦੇ ਵਿੱਚ ਵੀ ਬੜੇ ਉੱਚ ਅਹੁਦਿਆਂ 'ਤੇ ਪਹੁੰਚ ਚੁੱਕੇ ਹਨ। ਜਿੱਦਾਂ ਆਪਾਂ ਆਪਣੇ ਇੰਡੀਆ ਦੀ ਗੱਲ ਕਰੀਏ, ਇੰਡੀਆ ਦੇ ਵਿੱਚ ਸਭ ਤੋਂ ਔਖਾ ਕੰਪੀਟੀਸ਼ਨ ਹੈ ਉਹ IAS ਦਾ ਹੈ। ਸਾਡੇ ਵਿਦਿਆਰਥੀ IAS ਦੀਆਂ ਪੋਜੀਸ਼ਨਾਂ 'ਤੇ ਵੀ ਕੰਮ ਕਰ ਰਹੇ ਹਨ। ਪੰਜਾਬ ਦੇ ਵਿੱਚ PCS ਦੀਆਂ ਪੋਜੀਸ਼ਨਾਂ 'ਤੇ ਵੀ ਕੰਮ ਕਰ ਰਹੇ ਹਨ ਜੋ ਵਿਦਿਆਰਥੀ ਕੰਪੀਟੀਸ਼ਨ ਦੇ ਵਿੱਚ ਗਏ ਹਨ। ਇਸੇ ਤਰ੍ਹਾਂ ਸਾਡੇ ਵਿਦਿਆਰਥੀ ਜੋ ਇੰਟਰਨੈਸ਼ਨਲ ਸਟੈਂਡਰਡ ਦੀਆਂ ਕੰਪਨੀਆਂ ਹਨ, USA, ਕੈਨੇਡਾ, ਜਿੱਦਾਂ ਅਸੀਂ ਗੱਲ ਕਰੀਏ ਗੂਗਲ, ਮਾਈਕਰੋਸਾਫਟ, ਬੋਇੰਗ, ਜਨਰਲ ਮੋਟਰਸ, ਇੱਦਾਂ ਦੀਆਂ ਇੰਟਰਨੈਸ਼ਨਲ ਸਟੈਂਡਰਡ ਦੀਆਂ ਕੰਪਨੀਆਂ ਵਿੱਚ ਮੈਨੇਜਰ ਲੈਵਲ ਤੱਕ ਜੌਬ ਕਰ ਰਹੇ ਹਨ। ਜੀ ਡਾਕਟਰ ਸਾਹਿਬ, ਖੇਡਾਂ ਦਾ ਅਤੇ ਵਿੱਦਿਆ ਦਾ ਬੜਾ ਡੂੰਘਾ ਸੰਬੰਧ ਹੁੰਦਾ ਹੈ, ਤਾਂ ਸਪੋਰਟਸ ਫੈਸਿਲਿਟੀਜ਼ ਜਿਹੜੀਆਂ ਨੇ ਉਹ ਵੀ ਕਿਸੇ ਵੀ ਅਦਾਰੇ ਦੇ ਵਿੱਚ ਹੋਣੀਆਂ ਜ਼ਰੂਰੀ ਹੁੰਦੀਆਂ ਨੇ। ਇਸ ਕਾਲਜ ਦੇ ਵਿੱਚ ਕਿਹੜੀਆਂ-ਕਿਹੜੀਆਂ ਸਪੋਰਟਸ ਫੈਸਿਲਿਟੀਜ਼ ਅਵੇਲੇਬਲ ਨੇ? ਕਿਸੇ ਵੀ ਵਿਦਿਆਰਥੀ ਨੂੰ ਓਵਰਆਲ ਡਿਵੈਲਪਮੈਂਟ ਦੇ ਲਈ ਉਹਦੇ ਵਿੱਚ ਐਜੂਕੇਸ਼ਨ ਦੇ ਨਾਲ ਮੈਨੇਜਮੈਂਟ ਅਤੇ ਟੀਮ ਵਰਕ ਦੀ ਸਕਿੱਲ ਹੋਣੀ ਬਹੁਤ ਜ਼ਰੂਰੀ ਹੈ ਅਤੇ ਬੱਚਿਆਂ ਦੇ ਵਿੱਚ ਇਹ ਸਕਿੱਲ ਡਿਵੈਲਪਮੈਂਟ ਕਰਨ ਲਈ ਸਾਡੇ ਕਾਲਜ ਦੇ ਵਿੱਚ ਅਲੱਗ-ਅਲੱਗ ਖੇਡਾਂ ਦੇ ਵਿੱਚ ਵਿਦਿਆਰਥੀਆਂ ਨੂੰ ਟ੍ਰੇਨ ਕੀਤਾ ਜਾਂਦਾ ਹੈ ਅਤੇ ਕਲਚਰਲ ਐਕਟੀਵਿਟੀਜ਼ ਵੀ ਕਰਵਾਈਆਂ ਜਾਂਦੀਆਂ ਹਨ ਤਾਂ ਕਿ ਸਾਡੇ ਵਿਦਿਆਰਥੀ ਨੇ ਆਪਣੇ ਕਲਚਰ ਨਾਲ ਵੀ ਜੁੜੇ ਰਹਿਣ ਅਤੇ ਖੇਡਾਂ ਨਾਲ ਵੀ ਜੁੜੇ ਰਹਿਣ। ਖੇਡਾਂ ਦੇ ਨਾਲ ਸਭ ਤੋਂ ਪਹਿਲਾਂ ਤਾਂ ਇਹ ਆ ਕਿ ਉਹਨਾਂ ਦੀ ਸਰੀਰਕ ਵਰਜਿਸ਼ ਹੋਣ ਦੇ ਨਾਲ ਤੰਦਰੁਸਤ ਰਹਿੰਦੇ ਹਨ। ਖੇਡਾਂ ਦੇ ਲਈ ਸਾਡੇ ਕਾਲਜ ਦੇ ਵਿੱਚ ਐਥਲੈਟਿਕ ਟਰੈਕ, ਹਾਕੀ ਗਰਾਊਂਡ, ਫੁੱਟਬਾਲ ਗਰਾਊਂਡ, ਜਿਮਨੇਜੀਅਮ, ਟੇਬਲ ਟੈਨਿਸ ਗਰਾਊਂਡ, ਬਾਸਕਟਬਾਲ ਗਰਾਊਂਡ, ਇਸ ਤਰ੍ਹਾਂ ਸਾਡੇ ਕੋਲ ਕੰਪਲੀਟ ਅਲੱਗ-ਅਲੱਗ ਤਰ੍ਹਾਂ ਦੀਆਂ ਖੇਡਾਂ ਦੇ ਪ੍ਰਬੰਧ ਹਨ। ਇਸ ਤੋਂ ਇਲਾਵਾ ਸਾਡੇ ਕਾਲਜ ਦੇ ਵਿੱਚ ਅਸੀਂ ਇਹ ਦਾਅਵਾ ਕਰ ਸਕਦੇ ਹਾਂ ਕਿ ਨਾਰਥ ਇੰਡੀਆ ਦੇ ਕਿਸੇ ਦੇ ਕਾਲਜ ਵਿੱਚ ਵੀ ਸਵਿਮਿੰਗ ਪੂਲ ਨਹੀਂ ਹੈ। ਸਾਡੇ ਕਾਲਜ ਦੇ ਵਿੱਚ ਇੰਟਰਨੈਸ਼ਨਲ ਸਟੈਂਡਰਡ ਦਾ ਇਨਡੋਰ ਸਵਿਮਿੰਗ ਪੂਲ ਹੈ ਜਿਸ ਦੇ ਵਿੱਚ ਵਿਦਿਆਰਥੀ ਸਵਿਮਿੰਗ ਸਿੱਖਦੇ ਹਨ ਅਤੇ ਉਹਦੇ ਵਿੱਚ ਅਸੀਂ ਲੜਕੀਆਂ ਅਤੇ ਲੜਕਿਆਂ ਲਈ ਅਲੱਗ-ਅਲੱਗ ਟਾਈਮ ਸਲੋਟ ਕੀਤੇ ਹੋਏ ਹਨ ਅਤੇ ਸਾਡੇ ਕੋਲ ਕੋਚ ਨੇ। ਸਾਡੇ ਕੋਲ ਮੇਲ ਅਤੇ ਫੀਮੇਲ ਕੋਚ ਹਨ ਜੋ ਵਿਦਿਆਰਥੀਆਂ ਨੂੰ ਸਿੱਖਿਆ ਦਿੰਦੇ ਹਨ। ਇਸੇ ਤਰ੍ਹਾਂ ਅਸੀਂ ਕਾਲਜ ਦੇ ਵਿੱਚ ਇਹਨਾਂ ਦੀ ਡਿਵੈਲਪਮੈਂਟ ਲਈ ਕਲਚਰਲ ਐਕਟੀਵਿਟੀਜ਼ ਵੀ ਕਰਵਾਉਂਦੇ ਹਾਂ। ਕਲਚਰਲ ਐਕਟੀਵਿਟੀਜ਼ ਕਰਵਾਉਣ ਲਈ ਸਾਡੇ ਕੋਲ ਇੱਕ ਸਟੇਟ ਆਫ ਆਰਟ ਆਡੀਟੋਰੀਅਮ ਦਾ ਪ੍ਰਬੰਧ ਹੈ ਜਿਸ ਦੇ ਵਿੱਚ ਸੀਟਿੰਗ ਕਪੈਸਿਟੀ 750 ਵਿਅਕਤੀਆਂ ਲਈ ਅਤੇ ਇੱਕ ਬਹੁਤ ਵਧੀਆ ਸਟੇਜ ਹੈ ਜਿਸ ਦੇ ਵਿੱਚ ਜੇ ਅਸੀਂ ਕਹੀਏ ਕਾਫੀ TV ਚੈਨਲ ਵੀ ਆਪਣੇ ਪ੍ਰੋਗਰਾਮ ਸ਼ੂਟ ਕਰਨ ਲਈ ਆ ਜਾਂਦੇ ਹਨ। ਉਹਦੇ ਵਿੱਚ ਵੀ ਸਾਡੇ ਵਿਦਿਆਰਥੀ ਨੇ ਜਿਹੜੇ ਨੈਸ਼ਨਲ ਲੈਵਲ ਤੱਕ ਅਵਾਰਡ ਪ੍ਰਾਪਤ ਕਰ ਚੁੱਕੇ ਹਨ। ਸਾਡੇ ਬੈਕ ਸਾਈਡ 'ਤੇ ਜਿੱਦਾਂ ਟਰੋਫੀਜ਼ ਡਿਸਪਲੇ ਕੀਤੀਆਂ ਹੋਈਆਂ ਹਨ, ਅਸੀਂ ਯੂਨੀਵਰਸਿਟੀ ਦੇ ਵਿੱਚੋਂ ਵੀ ਪਹਿਲੀਆਂ ਪੋਜੀਸ਼ਨਾਂ ਪ੍ਰਾਪਤ ਕਰਦੇ ਹਾਂ। ਬਹੁਤ ਵਧੀਆ ਤੁਸੀਂ ਜਾਣਕਾਰੀ ਦਿੱਤੀ ਇਸ ਅਦਾਰੇ ਬਾਰੇ, ਬਾਬਾ ਬੰਦਾ ਸਿੰਘ ਬਹਾਦਰ ਇੰਜੀਨੀਅਰਿੰਗ ਕਾਲਜ ਬਾਰੇ। ਡਾਕਟਰ ਸਾਹਿਬ, ਇੱਕ ਗੱਲ ਮੈਂ ਹੋਰ, ਜੋ ਅੱਜ ਕੱਲ੍ਹ ਦੇ ਬੱਚਿਆਂ ਦੇ ਵਿੱਚ ਕਾਫੀ ਰੁਝਾਨ ਹੈ ਬਾਹਰ ਜਾਣ ਦਾ, ਤਾਂ ਉੱਥੇ ਜਾ ਕੇ ਕਈ ਵਾਰੀ +2 ਤੋਂ ਬਾਅਦ ਬੱਚੇ ਚਲੇ ਜਾਂਦੇ ਨੇ, ਉੱਥੇ ਜਾ ਕੇ ਬਾਅਦ ਵਿੱਚ ਉਹ ਛੋਟੇ-ਮੋਟੇ ਕੰਮ ਕਰਦੇ ਨੇ, ਚਾਹੇ ਉਹ ਡਰਾਈਵਿੰਗ ਹੋਵੇ, ਟਰੱਕ ਡਰਾਈਵਿੰਗ ਹੋਵੇ ਜਾਂ ਹੋਟਲ ਦੇ ਵਿੱਚ ਵੇਟਰਸ ਦਾ ਕੰਮ ਹੋਵੇ, ਇਹੋ ਜਿਹਾ ਕੰਮ ਕਰਦੇ ਨੇ। ਪਰ ਜੇ ਇਹੋ ਜਿਹੇ ਵਿੱਦਿਅਕ ਅਦਾਰੇ ਸਾਡੇ ਇੱਥੇ ਅਵੇਲੇਬਲ ਨੇ ਸਾਡੇ ਦੇਸ਼ ਵਿੱਚ, ਤਾਂ ਤੁਸੀਂ ਕੀ ਮੈਸੇਜ ਦੇਣਾ ਚਾਹੋਗੇ ਕਿ ਕੀ ਅਸੀਂ ਇੱਥੋਂ ਵਿੱਦਿਆ ਪ੍ਰਾਪਤ ਕਰਕੇ ਉੱਥੇ ਆਪਣਾ ਭਵਿੱਖ ਕਿਵੇਂ ਸਵਾਰ ਸਕਦੇ ਹਾਂ? ਮੈਂ ਸਾਡੇ ਜਿਹੜੇ ਨੌਜਵਾਨ ਵਿਦਿਆਰਥੀ ਨੇ ਅਤੇ ਉਹਨਾਂ ਦੇ ਮਾਪੇ ਨੇ,
ਉਹਨਾਂ ਨੂੰ ਇਹ ਜਾਣਕਾਰੀ ਦੇਣਾ ਚਾਹਾਂਗਾ, ਜੇ ਸਾਡੇ ਆਪਣੇ ਬੱਚਿਆਂ ਨੂੰ ਅਸੀਂ +2 ਤੋਂ ਬਾਅਦ ਉੱਥੇ ਕੋਈ ਸਰਟੀਫਿਕੇਟ ਕੋਰਸਿਸ ਦੇ ਵਿੱਚ ਐਡਮਿਸ਼ਨ ਦੇ ਕੇ ਭੇਜ ਦਿੰਦੇ ਹਾਂ, ਉੱਥੇ ਬੱਚੇ ਦਾ ਇੱਕੋ ਹੀ ਟਾਰਗੇਟ ਰਹਿ ਜਾਂਦਾ ਹੈ ਕਿ ਮੈਂ ਆਪਣਾ ਸਰਟੀਫਿਕੇਟ ਕੋਰਸ ਪੂਰਾ ਕਰਾਂ, ਉਸ ਤੋਂ ਬਾਅਦ PR ਲੈ ਕੇ ਕੋਈ ਵੀ ਲੇਬਰ ਜੌਬ ਕਰ ਲਾਂ। ਨਾਰਮਲੀ ਬੱਚੇ ਨੇ ਜਿਹੜੇ ਉੱਥੇ +2 ਤੋਂ ਬਾਅਦ ਜਿਹੜੇ ਜਾਂਦੇ ਆ ਉਹ ਲੇਬਰ ਜੌਬ ਕਰਦੇ ਆ, ਟਰੱਕਿੰਗ ਦੇ ਵਿੱਚ ਚਲੇ ਜਾਂਦੇ ਆ, ਜਾਂ ਕਿਤੇ ਸ਼ਾਪਿੰਗ ਮਾਲਸ ਦੇ ਅੰਦਰ ਕੰਮ ਕਰਦੇ ਹਨ। ਲੇਕਿਨ ਜੇ ਵਿਦਿਆਰਥੀ ਇੱਥੋਂ ਗ੍ਰੈਜੂਏਸ਼ਨ ਕਰਕੇ BTech ਇਨ ਇੰਜੀਨੀਅਰਿੰਗ ਕਰਕੇ ਆਪਣਾ ਕੈਨੇਡਾ, USA, ਆਸਟ੍ਰੇਲੀਆ ਕਿਸੇ ਵੀ ਕੰਟਰੀ ਦੇ ਵਿੱਚ ਜਾਂਦੇ ਹਨ, ਤਾਂ ਉੱਥੇ ਜਾ ਕੇ ਉਹ ਆਪਣੀ ਪੋਸਟ ਗ੍ਰੈਜੂਏਸ਼ਨ ਤੋਂ ਬਾਅਦ ਇੱਕ ਸਟੈਂਡਰਡ ਦੀ ਨੌਕਰੀ ਸ਼ੁਰੂ ਕਰ ਸਕਦੇ ਹਨ। ਸਟੈਂਡਰਡ ਦੀ ਨੌਕਰੀ ਮੀਨਸ ਕਿਸੇ ਵੀ ਇੰਟਰਨੈਸ਼ਨਲ ਲੈਵਲ ਦੀ ਕੰਪਨੀ ਦੇ ਅੰਦਰ ਐਜ ਏ ਇੰਜੀਨੀਅਰ ਜੁਆਇਨ ਕਰ ਸਕਦੇ ਹਨ। ਅਗਰ ਇਸ ਦੀ ਅਸੀਂ ਐਗਜ਼ਾਮਪਲ ਦੇਖਣੀ ਹੋਵੇ, ਇਸ ਕਾਲਜ ਦੇ ਪੜ੍ਹੇ ਹੋਏ ਹਜ਼ਾਰਾਂ ਵਿਦਿਆਰਥੀ ਐਜ ਏ ਇੰਜੀਨੀਅਰ ਕੰਮ ਕਰ ਰਹੇ ਹਨ ਅਤੇ ਮੈਨੇਜਰ ਕੰਮ ਕਰ ਰਹੇ ਹਨ। ਜੇ ਇਸ ਬਾਰੇ ਕਿਸੇ ਨੇ ਵੀ ਜਾਣਕਾਰੀ ਲੈਣੀ ਹੋਵੇ ਤਾਂ ਉਹ ਸਾਡੇ ਕਾਲਜ ਦੀ ਵੈਬਸਾਈਟ ਵਿਜ਼ਿਟ ਕਰ ਸਕਦਾ ਹੈ, ਅਤੇ ਉਹ ਮੇਰੇ ਪਰਸਨਲ ਨੰਬਰ 'ਤੇ ਜੋ 9814221213 9814221213 ਦੇ ਉੱਤੇ ਕੰਟੈਕਟ ਕਰ ਸਕਦਾ ਹੈ, ਜਾਂ ਉਹ principal@pbsbec.ac.in ਦੇ ਉੱਪਰ ਈਮੇਲ ਕਰ ਸਕਦਾ ਹੈ। ਅਸੀਂ ਉਹਨਾਂ ਵਿਦਿਆਰਥੀਆਂ ਦੀ ਵੀ ਜਾਣਕਾਰੀ ਦੇ ਸਕਦੇ ਹਾਂ, ਅਤੇ ਇੱਥੋਂ ਪੜ੍ਹੇ ਹੋਏ ਵਿਦਿਆਰਥੀ ਜਿਹੜੇ ਇਸ ਸਮੇਂ USA, ਕੈਨੇਡਾ ਦੇ ਵਿੱਚ ਸੈਟਲ ਹਨ, ਉਹਨਾਂ ਦੀਆਂ ਮੈਨੂੰ ਕਾਫੀ ਵਾਰ ਈਮੇਲਸ ਵੀ ਆਉਂਦੀਆਂ ਹਨ। ਅਗਰ ਅਸੀਂ ਉਹਨਾਂ ਦੀ ਇੱਕ ਤਨਖਾਹ ਦਾ ਪੈਕੇਜ ਦੇਖੀਏ ਤਾਂ ਉਹ 1 ਸਾਲ ਦੇ ਅੰਦਰ 2 ਕਰੋੜ ਤੋਂ ਜ਼ਿਆਦਾ ਦੀ ਸੈਲਰੀ ਲੈ ਰਹੇ ਹਨ। ਕਾਫੀ ਵਿਦਿਆਰਥੀ ਤਾਂ ਇੱਦਾਂ ਦੇ ਨੇ ਜੋ ਇਸ ਸਮੇਂ 5 ਕਰੋੜ ਪਰ ਈਅਰ ਲੈ ਰਹੇ ਹਨ। ਕਿੰਨਾ ਵਧੀਆ ਜਿਹੜਾ ਉਪਰਾਲਾ ਕੀਤਾ ਗਿਆ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ, ਜੋ ਪੂਰੇ ਪੰਜਾਬ ਦੇ ਵਿੱਚ ਇਹ ਇੰਜੀਨੀਅਰਿੰਗ ਕਾਲਜ ਆਪਣੀ ਇੱਕ ਮਿਸਾਲ ਹੈ, ਬਾਬਾ ਬੰਦਾ ਸਿੰਘ ਬਹਾਦਰ ਕਾਲਜ। ਤਾਂ ਜਿਵੇਂ ਡਾਕਟਰ ਸਾਹਿਬ ਨੇ ਦੱਸਿਆ ਹੈ ਕਿ ਜ਼ਰੂਰੀ ਨਹੀਂ ਕਿ ਅਸੀਂ ਛੋਟੀ ਮੋਟੀ ਜੌਬਸ ਕਰਨੀਆਂ ਨੇ, +2 ਕਰਕੇ ਅਸੀਂ ਉੱਧਰ ਜਾ ਕੇ ਸੈੱਟ ਹੋ ਜਾਈਏ। ਅਸੀਂ ਉੱਚ ਵਿੱਦਿਆ ਪ੍ਰਾਪਤ ਕਰਕੇ, ਜੋ ਗ੍ਰੈਜੂਏਸ਼ਨ ਕਰਕੇ ਉੱਥੇ ਜਾ ਕੇ ਪੋਸਟ ਗ੍ਰੈਜੂਏਸ਼ਨ ਕਰ ਸਕਦੇ ਹਾਂ। ਫੋਰਨ ਕੰਟਰੀਜ਼ ਵਿੱਚ ਜਾਣਾ ਕੋਈ ਮਾੜੀ ਗੱਲ ਨਹੀਂ, ਪਰ ਉੱਥੇ ਜਾ ਕੇ ਲੇਬਰਸ ਜੌਬ ਜਿਹੜੀਆਂ ਉਹ ਕਰਨੀਆਂ, ਉਹ ਸੱਚਮੁੱਚ ਹੀ ਸਾਨੂੰ ਥੋੜ੍ਹਾ ਸੋਚਣਾ ਚਾਹੀਦਾ। ਅਸੀਂ ਵੱਡੇ ਰੁਤਬੇ 'ਤੇ ਵੀ ਜਾ ਸਕਦੇ ਹਾਂ, ਅਸੀਂ ਵੱਡਾ ਪੈਕੇਜ ਜਿਹੜਾ ਉਹ ਲੈ ਸਕਦੇ ਹਾਂ। ਹੋਰ ਕੁਝ ਤੁਸੀਂ ਕਹਿਣਾ ਚਾਹੋ ਜੋ ਨੌਜਵਾਨਾਂ ਨੂੰ? ਹਾਂ, ਮੈਂ ਨੌਜਵਾਨਾਂ ਨੂੰ ਇਹ ਕਹਾਂਗਾ ਜੋ ਬਾਬਾ ਬੰਦਾ ਸਿੰਘ ਇੰਜੀਨੀਅਰਿੰਗ ਕਾਲਜ ਦੇ ਵਿੱਚ ਦਾਖਲਾ ਲੈਂਦੇ ਹਨ, ਅਸੀਂ ਉਹਨਾਂ ਨੂੰ ਟੈਕਨੀਕਲ ਵਿੱਦਿਆ ਦੇ ਨਾਲ, ਖੇਡਾਂ ਦੇ ਵਿੱਚ, ਕਲਚਰਲ ਐਕਟੀਵਿਟੀਜ਼ ਦੇ ਨਾਲ, ਇਸ ਤੋਂ ਬਿਨਾਂ ਅਸੀਂ ਟੈਕਨੀਕਲ ਕਲੱਬਸ ਵੀ ਇਸ ਕਾਲਜ ਦੇ ਵਿੱਚ ਚਲਾ ਰਹੇ ਹਾਂ, ਅਤੇ ਉਹ ਬੱਚੇ ਆ ਕੇ ਉਹ ਟੈਕਨੀਕਲ ਕਲੱਬ ਜੁਆਇਨ ਕਰਕੇ ਆਪਣੇ ਰਿਸਰਚ ਦੇ ਅੰਦਰ ਜਾ ਸਕਦੇ ਹਨ। ਜਿਸ ਤਰ੍ਹਾਂ ਪਿਛਲੇ ਸਮੇਂ ਦੇ ਅੰਦਰ ਜਿਸ ਮੈਂ ਆਪਣੇ ਵਿਦਿਆਰਥੀਆਂ ਬਾਰੇ ਗੱਲ ਕਰਾਂ, ਅਤੇ ਉਹਨਾਂ ਨੇ ਇੱਥੋਂ ਰਿਕਮੈਂਡ ਕਰਵਾ ਕੇ ਸਾਡੀ ਜਿਹੜੀ ਹੈ ਐਸੋਸੀਏਸ਼ਨ ਹੈ IIT ਰੋਪੜ ਦੇ ਨਾਲ, IIT ਮੰਡੀ ਦੇ ਨਾਲ, IIT ਬੰਬੇ ਦੇ ਨਾਲ, ਅਤੇ ਉਹ ਸਾਡੇ ਵਿਦਿਆਰਥੀਆਂ ਨੂੰ ਉੱਥੇ ਟ੍ਰੇਨਿੰਗ ਦੇਣ ਦਾ ਮੌਕਾ ਪ੍ਰਦਾਨ ਕਰਦੇ ਹਨ, ਅਤੇ ਵਿਦਿਆਰਥੀ ਉੱਥੇ ਤਕਰੀਬਨ 1 ਤੋਂ ਲੈ ਕੇ 2 ਮਹੀਨੇ ਤੱਕ ਦੀ ਟ੍ਰੇਨਿੰਗ ਪ੍ਰਾਪਤ ਕਰਦੇ ਹਨ। ਹੁਣ ਲੇਟੈਸਟ ਸਾਡੇ 2 ਵਿਦਿਆਰਥੀ IIT ਮੰਡੀ ਤੋਂ ਟ੍ਰੇਨਿੰਗ ਪ੍ਰਾਪਤ ਕਰਕੇ ਆਏ ਸੀ, ਅਤੇ ਉਹਨਾਂ ਨੇ ਆਪਣੇ ਰਿਸਰਚ ਪੇਪਰ ਵੀ ਲਿਖੇ ਨੇ। ਹੁਣ ਉਹਨਾਂ ਦੇ ਵਿੱਚੋਂ ਇੱਕ ਵਿਦਿਆਰਥੀ ਜੋ ਕਿ ਜੰਮੂ ਐਂਡ ਕਸ਼ਮੀਰ ਨੂੰ ਬਿਲੋਂਗ ਕਰ ਰਿਹਾ, ਰਮਨਦੀਪ ਸਿੰਘ, ਉਹ ਆਪਣੀ ਉਚੇਰੀ ਪੜ੍ਹਾਈ ਲਈ ਜਰਮਨ ਜਾ ਰਿਹਾ ਹੈ। ਜੇ ਜਰਮਨ ਗੌਰਮੈਂਟ ਵੱਲੋਂ ਉਹਨੂੰ ਸਕਾਲਰਸ਼ਿਪ ਵੀ ਦਿੱਤੀ ਜਾ ਰਹੀ ਹੈ ਉਹਦੀਆਂ ਉਪਲਬਧੀਆਂ ਕਰਕੇ। ਮੈਂ ਵਿਦਿਆਰਥੀ ਅਤੇ ਉਹਨਾਂ ਦੇ ਮਾਪਿਆਂ ਨੂੰ ਇੱਕ ਸੰਦੇਸ਼ ਦੇਣਾ ਚਾਹਾਂਗਾ, ਜਦੋਂ ਉਹ ਕਿਸੇ ਵੀ ਵਿੱਦਿਅਕ ਅਦਾਰੇ ਦੇ ਵਿੱਚ ਦਾਖਲਾ ਲੈਣਾ ਚਾਹੁੰਦੇ ਹਨ ਤਾਂ ਉਹ ਉਸ ਵਿੱਦਿਅਕ ਅਦਾਰੇ ਨੂੰ ਆ ਕੇ ਇੱਕ ਵਾਰ ਜ਼ਰੂਰ ਵਿਜ਼ਿਟ ਕਰਕੇ ਜਾਣ, ਅਤੇ ਉੱਥੋਂ ਦੇ ਸਟਾਫ ਬਾਰੇ ਜਾਣਕਾਰੀ ਲੈਣ, ਸਟਾਫ ਦੀ ਕੁਆਲੀਫਿਕੇਸ਼ਨ ਬਾਰੇ ਜਾਣਕਾਰੀ ਲੈਣ, ਅਤੇ ਇੱਕ ਮੋਸਟ ਜਿਹੜਾ ਕਹਾਂਗਾ ਇੰਪੋਰਟੈਂਟ ਹੈ ਉਹ ਇਹ ਜਾਣਕਾਰੀ ਲੈਣ ਕਿ ਕੋਈ ਵੀ ਸਟਾਫ ਕਿੰਨੇ ਪੁਰਾਣੇ ਸਮੇਂ ਤੋਂ ਕੰਮ ਕਰ ਰਿਹਾ ਹੈ। ਮੈਂ ਜੇ ਸਾਡੇ ਕਾਲਜ ਬਾਰੇ ਗੱਲ ਕਰਾਂ, ਸਾਡੇ ਕਾਲਜ ਦੀ ਸ਼ੁਰੂਆਤ 1992 ਦੇ ਵਿੱਚ ਨੀਂਹ ਪੱਥਰ ਰੱਖਣ ਤੋਂ ਬਾਅਦ ਇੱਥੇ ਕਲਾਸਿਸ 1993 ਤੋਂ ਸ਼ੁਰੂ ਹੋਈਆਂ ਸੀ। ਸਾਡਾ ਕਾਫੀ ਸਟਾਫ 1993 ਤੋਂ ਕੰਮ ਕਰ ਰਿਹਾ ਹੈ। 1993 ਤੋਂ ਕੰਟੀਨਿਊਸਲੀ ਇੱਕੋ ਹੀ ਆਰਗੇਨਾਈਜੇਸ਼ਨ ਕੰਮ ਕਰਨ ਦਾ ਇਹ ਇੱਕ ਸਿਗਨਲ ਹੈ ਕਿ ਸਾਡਾ ਸਟਾਫ ਕਾਲਜ ਤੋਂ ਬਹੁਤ ਜ਼ਿਆਦਾ ਸੈਟੀਸਫਾਈਡ ਹੈ। ਬਹੁਤ ਧੰਨਵਾਦ ਸਰ ਤੁਹਾਡਾ, ਤੁਸੀਂ ਬਹੁਤ ਸੋਹਣੀ ਜਾਣਕਾਰੀ ਦਿੱਤੀ, ਅਤੇ ਅਸੀਂ ਆਸ ਕਰਦੇ ਹਾਂ ਕਿ ਵਿਦਿਆਰਥੀ ਇਸ ਜਾਣਕਾਰੀ ਤੋਂ ਲਾਭ ਪ੍ਰਾਪਤ ਕਰਨਗੇ ਅਤੇ ਆਪਣੇ ਭਵਿੱਖ ਨੂੰ ਸੰਵਾਰਨਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।